ਇਹਨਾਂ ਦੀ ਫਾਈਲ ਪ੍ਰੋਪਰ ਵਰਕ ਹੋਣ ਦੇ ਬਾਵਜੂਦ ਵੀ ਰਿਫਿਊਜ਼ ਹੋ ਜਾਂਦੀ ਹੈ, ਕੀ ਕਾਰਨ ਮੰਨਦੇ ਹੋ ਤੁਸੀਂ? ਸੋ ਚੇਤਨ, ਕਾਰਨ ਜਿਹੜੇ ਆ ਉਹ ਬਹੁਤ ਹੀ ਲਿਮਿਟਡ ਕਾਰਨ ਨੇ, ਬਟ ਸਟੂਡੈਂਟਸ ਨੂੰ ਇਸ ਚੀਜ਼ ਦਾ ਬਿਲਕੁਲ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਸੀਂ ਕੈਨੇਡੀਅਨ ਇਮੀਗ੍ਰੇਸ਼ਨ ਦੇ ਵਿੱਚ ਬਤੌਰ ਵਕੀਲ ਹੋ ਤੇ ਕਾਨੂੰਨ ਦੇ ਮੁਤਾਬਕ ਐਸ ਪਰ ਲੋ ਸਟੂਡੈਂਟਸ ਨੂੰ ਕਿਹੜੀਆਂ ਗੱਲਾਂ ਦਾ ਜਿਹੜਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਤਾਂ ਜੋ ਰਿਫਿਊਜ਼ਲ ਵਾਲੀ ਦਿੱਕਤ ਹੈ ਜਿਹੜੀ ਆਵੇ ਨਾ। ਸਾਡੇ ਕੋਲ ਇਹ ਅਥਾਰਟੀ ਆ ਜਾਂ ਸਾਡੇ ਕੋਲ ਉਹ ਗਾਈਡਲਾਈਨਸ ਜਿਹਨਾਂ ਨੂੰ ਆਪਾਂ ਕਹਿੰਦੇ ਨੇ ਓਪੀ ਮੈਨੂਅਲਸ ਜਾਂ ਆਪਰੇਸ਼ਨਲ ਗਾਈਡਲਾਈਨਸ, ਜਿਹੜੀਆਂ ਕਿ ਸਿਮਿਲਰ ਗਾਈਡਲਾਈਨਸ ਵੀਜ਼ਾ ਆਫੀਸਰਸ ਦੇ ਕੋਲ ਵੀ ਹੁੰਦੀਆਂ। ਸੋ ਉਹਨਾਂ ਕੋਲ ਇੱਕ ਪ੍ਰੋਪਰ ਡਾਕੂਮੈਂਟ ਆ ਜਿਹੜਾ ਕਿ ਅਰਾਊਂਡ 25 ਤੋਂ 30 ਪੇਜਾਂ ਦੇ ਡਾਕੂਮੈਂਟਸ ਹੁੰਦੇ ਆ, ਜਿਹਦੇ ਵਿੱਚ ਪ੍ਰੋਪਰ ਗਾਈਡਲਾਈਨਸ ਆ ਤੁਸੀਂ ਕਿਹਨਾਂ ਦਾ ਬੇਸਿਸ ਤੇ ਕਿਹਨੇ ਫੈਕਟਸ ਤੇ ਕਿਸ ਚੀਜ਼ ਦੇ ਆਧਾਰ ਤੇ ਉਹਨਾਂ ਦਾ ਵੀਜ਼ਾ ਅਪਰੂਵ ਕਰਨਾ ਹੈ ਜਾਂ ਰਿਜੈਕਟ ਕਰਨਾ ਹੈ। ਵੀਡੀਓਸ ਚੱਲਦੀ ਇਮੀਗ੍ਰੇਸ਼ਨ ਦੀਆਂ ਜਾਂ ਏਜੰਟਸ ਦੀਆਂ, ਉਹ ਕਹਿੰਦੇ ਕਿ ਭਾਈ ਜਿਨ੍ਹਾਂ ਦੀ ਫਾਈਲ ਰਿਫਿਊਜ਼ ਹੋ ਚੁੱਕੀ ਹੈ, ਜਿਨ੍ਹਾਂ ਦੀ ਫਾਈਲ ਰਿਜੈਕਟ ਹੋ ਚੁੱਕੀ ਹੈ, ਉਹਨਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਉਹ ਸਾਡੇ ਕੋਲ ਆਉਣ, ਅਸੀਂ ਪ੍ਰੋਪਰ ਫਾਈਲ ਵਰਕ ਕਰਕੇ ਦੇਵਾਂਗੇ ਤਾਂ ਉਹਨਾਂ ਦਾ ਜਿਹੜਾ ਵੀਜ਼ਾ 101% ਆਵੇਗਾ। ਤੇ ਉਹ ਕਿਤਾਬ ਉਹ ਵੀ ਇਮੀਗ੍ਰੇਸ਼ਨ ਨੂੰ ਚੈਲੰਜ ਕਰ ਰਹੇ ਆ। ਅਸੀਂ ਇਦਾਂ ਦੀ ਕੋਈ ਵੀ ਗਾਰੰਟੀ ਨਹੀਂ ਦਿੰਦੇ, ਬਿਕੋਜ਼ ਐਜ਼ ਕਿ ਅਸੀਂ ਰੈਗੂਲੇਟਡ ਇੱਕ ਪ੍ਰੋਫੈਸ਼ਨ ਦੇ ਵਿੱਚ ਆ, ਜਿਹੜੀ ਕਿ ਸਾਡੀ ਜਵਾਬਦਾਰੀ ਹੈ ਕੈਨੇਡੀਅਨ ਗਵਰਨਮੈਂਟ ਨੂੰ। ਸਵਾਗਤ ਹੈ ਜੀ, ਇੱਕ ਵਾਰ ਮੁੜ ਤੋਂ ਤੁਸੀਂ ਜੁੜ ਚੁੱਕੇ ਹੋ ਹੁਸ਼ਿਆਰਪੁਰ ਨਿਊਜ਼ ਦੇ ਨਾਲ ਤੇ ਮੈਂ ਹਾਂ ਚੇਤਨ ਕਾਸ਼ਪ। ਸੋ ਇਸ ਵਕਤ ਮੇਰੇ ਨਾਲ ਇੱਕ ਵਾਰ ਫਿਰ ਤੋਂ ਗੱਲਬਾਤ ਕਰਨ ਲਈ ਕੈਨੇਡੀਅਨ ਇਮੀਗ੍ਰੇਸ਼ਨ ਦੇ ਵਿੱਚ ਬਤੌਰ ਵਕੀਲ ਵਜੋਂ ਸੇਵਾਵਾਂ ਨਿਭਾ ਰਹੇ ਮਿਸਟਰ ਹਨੀ ਗਾਂਧੀ ਮੌਜੂਦ ਨੇ। ਸੋ ਲਾਸਟ ਐਪੀਸੋਡ ਤੁਸੀਂ ਵੇਖਿਆ ਹੈ ਕਿ ਸਟੂਡੈਂਟਸ ਨੂੰ ਕਿਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ, ਉਸ ਬਾਬਤ ਗੱਲ ਕੀਤੀ ਗਈ ਸੀ। ਸੋ ਅੱਜ ਇੱਕ ਵਾਰ ਫਿਰ ਤੋਂ ਮਹੱਤਵਪੂਰਨ ਵਿਸ਼ੇ ਨੂੰ ਲੈ ਕੇ ਤੁਹਾਡੇ ਰੂਬਰੂ ਹੋਏ ਆ, ਮੈਂ ਜਾਨੀ ਕਿ ਚੇਤਨ ਕਾਸ਼ਪ ਔਰ ਮਿਸਟਰ ਹਨੀ ਗਾਂਧੀ। ਸੋ ਅੱਜ ਜੋ ਸਾਡਾ ਵਿਸ਼ਾ ਹੈ ਉਹ ਰਿਫਿਊਜ਼ਲ ਨੂੰ ਲੈ ਕੇ ਹੈ। ਜਿਵੇਂ ਕਿ ਲਾਸਟ ਐਪੀਸੋਡ ਦੇ ਐਂਡ ਵਿੱਚ ਦੱਸਿਆ ਗਿਆ ਸੀ ਮੇਰੇ ਵੱਲੋਂ ਕਿ ਨੈਕਸਟ ਇੰਟਰਵਿਊ ਹੈ ਜਿਹੜੀ ਉਹ ਰਿਫਿਊਜ਼ਲ ਨੂੰ ਲੈ ਕੇ ਹੋਵੇਗੀ, ਕਿਉਂਕਿ ਬਹੁਤ ਸਾਰੇ ਸਟੂਡੈਂਟਸ ਦੀਆਂ ਜਿਹੜੀਆਂ ਫਾਈਲਸ ਹੈ ਉਹ ਪ੍ਰੋਪਰ ਫਾਈਲ ਵਰਕ ਕਰਨ ਦੇ ਬਾਵਜੂਦ ਵੀ ਜਿਹੜੀਆਂ ਉਹ ਰਿਫਿਊਜ਼ ਹੋ ਜਾਂਦੀਆਂ ਨੇ। ਸੋ ਕੀ ਕਾਰਨ ਹੈ ਤੇ ਸਟੂਡੈਂਟਸ ਨੂੰ ਫਾਈਲ ਰਿਫਿਊਜ਼ ਹੋਣ ਤੋਂ ਬਾਅਦ ਕਿਹੜੀਆਂ ਗੱਲਾਂ ਤੇ ਦੁਬਾਰਾ ਮੁੜ ਤੋਂ ਅਮਲ ਕਰਨਾ ਚਾਹੀਦਾ। ਸੋ ਇਸ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ। ਸੋ ਮੇਰੇ ਨਾਲ ਮਿਸਟਰ ਹਨੀ ਗਾਂਧੀ ਮੌਜੂਦ ਨੇ। ਸਰ ਇੱਕ ਵਾਰ ਫਿਰ ਤੋਂ ਸਵਾਗਤ ਹੈ ਜੀ, ਬਹੁਤ ਬਹੁਤ। ਸਤਿ ਸ਼੍ਰੀ ਅਕਾਲ ਚੇਤਨ, ਸਤਿ ਸ਼੍ਰੀ ਅਕਾਲ ਐਂਡ ਨਮਸਕਾਰ ਆਪਣੇ ਸਾਰੇ ਸਰੋਤਿਆਂ ਨੂੰ ਜਿਹੜੇ ਹੁਸ਼ਿਆਰਪੁਰ ਨਿਊਜ਼ ਦੇ ਚੈਨਲ ਨਾਲ ਜੁੜੇ ਹੋਏ ਨੇ। ਥੈਂਕ ਯੂ ਜੀ। ਸਰ ਬਹੁਤ ਸਾਰੇ ਮਾਮਲੇ ਸਮੇਂ-ਸਮੇਂ ਤੇ ਵੇਖਣ ਨੂੰ ਆਉਂਦੇ ਰਹਿੰਦੇ ਨੇ ਕਿ ਸਟੂਡੈਂਟਸ ਦੀਆਂ ਫਾਈਲਾਂ ਜਿਹੜੀਆਂ ਉਹ ਰਿਫਿਊਜ਼ ਹੋ ਜਾਂਦੀਆਂ ਨੇ ਜੀ। ਸਭ ਤੋਂ ਪਹਿਲਾ ਸਵਾਲ ਇਹੀ ਹੈ ਕਿ ਕਾਰਨ ਕੀ ਹੈ? ਤੁਸੀਂ ਇੱਕ ਬਰੀਫਲੀ ਸਟੂਡੈਂਟਸ ਨੂੰ ਦੱਸੋ ਜੋ ਇੰਟਰਵਿਊ ਦੇਖ ਰਹੇ ਨੇ, ਜਿਨ੍ਹਾਂ ਦੀ ਫਾਈਲ ਪ੍ਰੋਪਰ ਵਰਕ ਹੋਣ ਦੇ ਬਾਵਜੂਦ ਵੀ ਰਿਫਿਊਜ਼ ਹੋ ਜਾਂਦੀ ਹੈ, ਕੀ ਕਾਰਨ ਮੰਨਦੇ ਹੋ ਉਹਦੇ ਵਿੱਚ ਤੁਸੀਂ? ਸੋ ਚੇਤਨ, ਕਾਰਨ ਜਿਹੜੇ ਆ ਉਹ ਬਹੁਤ ਹੀ ਲਿਮਿਟਡ ਕਾਰਨ ਨੇ, ਬਟ ਸਟੂਡੈਂਟਸ ਨੂੰ ਇਸ ਚੀਜ਼ ਦਾ ਬਿਲਕੁਲ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਹੜੇ ਵੀ ਕੰਸਲਟੈਂਟਸ ਜਾਂ ਏਜੰਟਸ ਨਾਲੋਂ ਜੁੜੇ ਹੋਏ ਆ ਕੀ ਉਹ ਪ੍ਰੋਪਰਲੀ ਆਥੋਰਾਈਜ਼ਡ ਹੈਗੇ ਆ ਉਹਨਾਂ ਨੂੰ ਇਮੀਗ੍ਰੇਸ਼ਨ ਐਡਵਾਈਸ ਦੇਣ ਲਈ। ਔਰ ਉਹ ਕਿੱਦਾਂ ਵੈਰੀਫਾਈ ਕਰ ਸਕਦੇ ਆ? ਬਹੁਤ ਹੀ ਜ਼ਿਆਦਾ ਸਿੰਪਲ ਆ ਕਿ ਤੁਸੀਂ RCIC ਦੇ ਪੇਜ ਤੇ ਜਾ ਕੇ ਤੁਸੀਂ ਸਰਚ ਕਰ ਸਕਦੇ ਹੋ, CICC ਦੇ ਪੇਜ ਤੇ ਜਾ ਕੇ ਤੁਸੀਂ ਸਰਚ ਕਰ ਸਕਦੇ ਹੋ ਕਿ ਜਿਹੜੇ ਏਜੰਟ ਨਾਲ ਤੁਸੀਂ ਜੁੜੇ ਹੋਏ ਹੋ ਉਹਦਾ ਲਾਇਸੈਂਸ ਨੰਬਰ ਜਾਂ ਆਥੋਰਾਈਜ਼ਡ ਹੈ ਉਹ ਕੈਨੇਡੀਅਨ ਗਵਰਨਮੈਂਟ ਵੱਲੋਂ। ਸਾਰਿਆਂ ਨੂੰ ਪਹਿਲਾਂ ਤਾਂ ਇਹ ਸਟੈਪ ਜ਼ਰੂਰੀ ਹੈ, ਬਿਕੋਜ਼ ਅਗਰ ਕਿਸੇ ਨੂੰ ਵੀ ਇਮੀਗ੍ਰੇਸ਼ਨ ਦੀ ਨੌਲੇਜ ਹੀ ਨਹੀਂ ਹੈਗੀ, ਅਗਰ ਉਹ ਫਾਈਲ ਲਾ ਰਿਹਾ ਹੈ, ਉਹ ਕਿਹੜੇ ਆਧਾਰ ਤੇ ਕਿਹੜੇ ਫੈਕਟਸ ਦੇ ਬੇਸਿਸ ਤੇ ਉਹ ਫਾਈਲ ਲਾ ਰਿਹਾ ਆ, ਉਹ ਬਹੁਤ ਇੰਪੋਰਟੈਂਟ ਹੈ। ਸੋ ਕਿਉਂਕਿ ਤੁਸੀਂ ਦੇਖਿਆ ਹੋਣਾ, ਅਗਰ ਤੁਸੀਂ ਆਪਣੇ ਰਿਫਿਊਜ਼ਲ ਲੈਟਰਸ, ਜਿਹਨਾਂ ਦੇ ਸਟੂਡੈਂਟਸ ਦੇ ਰਿਫਿਊਜ਼ਲ ਲੈਟਰਸ ਜਾਂ ਐਨੀ ਐਪਲੀਕੈਂਟਸ, ਚਾਹੇ ਉਹ PR ਦੇ ਐਪਲੀਕੈਂਟਸ ਨੇ, ਚਾਹੇ ਉਹ ਫੈਮਿਲੀ ਦੇ ਐਪਲੀਕੈਂਟਸ ਨੇ, ਕੋਈ ਵੀ ਰਿਫਿਊਜ਼ਲ ਆਉਂਦਾ ਆ ਉਹ ਆਉਂਦਾ ਆ ਸੈਕਸ਼ਨਸ ਦੇ ਆਧਾਰ ਤੇ। ਸੋ ਅਗਰ ਮੈਂ ਸਟੂਡੈਂਟਸ ਦੀ ਜਾਂ ਫੋਰਨ ਨੈਸ਼ਨਲਸ ਦੀ ਗੱਲ ਕਰਾਂ, ਸੈਕਸ਼ਨ ਨੰਬਰ 179, 216, 183, ਜਿਹਦੇ ਵਿੱਚ ਇਹ ਸੈਕਸ਼ਨ ਦੇ ਵਿੱਚ ਮੋਸਟਲੀ ਰਿਜੈਕਸ਼ਨ ਆਉਂਦੀ ਹੈ ਕਿ ਜਾਂ ਤਾਂ ਤੁਸੀਂ ਆਫਿਸਰ ਨੂੰ ਕਨਵਿੰਸ ਨਹੀਂ ਕਰ ਸਕੇ ਕਿ ਤੁਸੀਂ ਵਾਪਸ ਟਾਈਮ ਤੇ ਕੰਪਲੀਟ ਕਰਕੇ ਆਪਣਾ ਟਾਈਮ ਤੁਸੀਂ ਵਾਪਸ ਆ ਜਾਓਗੇ, ਐਂਡ ਜਾਂ ਤੁਸੀਂ ਉਹਨਾਂ ਨੂੰ ਕਨਵਿੰਸ ਨਹੀਂ ਕਰ ਸਕਦੇ ਕਿ ਜਿਹੜਾ ਤੁਹਾਡੀ ਸਟੱਡੀ ਆ ਉਹ ਰੈਲੇਵੈਂਟ ਆ, ਔਰ ਜਾਂ ਕਿਸੇ ਪਾਸਿਓਂ ਤੁਸੀਂ ਫਾਈਨੈਂਸ਼ੀਅਲੀ ਉਸ ਚੀਜ਼ ਨੂੰ ਸਪੋਰਟ ਨਹੀਂ ਕਰ ਸਕਦੇ। ਐਂਡ ਅਦਰ ਰੀਜ਼ਨ ਮਾਈਟ ਬੀ ਕਿ ਤੁਸੀਂ ਟਾਈ ਅਪ ਨਹੀਂ ਸ਼ੋ ਕਰ ਸਕੇ ਕਿ ਤੁਸੀਂ ਵਾਪਸ ਇਹਨਾਂ ਕਾਰਨਾਂ ਕਰਕੇ ਵਾਪਸ ਆਓਗੇ, ਤੁਹਾਡੇ ਫੈਮਿਲੀ ਟਾਈਜ਼ ਇੱਥੇ ਹੈਗੇ ਆ ਜਾਂ ਤੁਹਾਡੇ ਕੰਮ ਨੂੰ ਲੈ ਕੇ ਜਾਂ ਫੈਮਿਲੀ ਨੂੰ ਲੈ ਕੇ ਯੂ ਵਿਲ ਬੀ ਕਮਿੰਗ ਬੈਕ। ਸੋ ਇਹਨਾਂ ਦੇ ਆਧਾਰ ਤੇ ਕਾਫੀ ਰਿਫਿਊਜ਼ਲ ਹੁੰਦੇ। ਜਿਵੇਂ ਕਿ ਮੈਂ ਇੰਟਰਵਿਊਜ਼ ਦੇ ਵਿੱਚ ਲਾਸਟ ਇੰਟਰਵਿਊ ਸਾਡੀ ਹੋਈ ਸੀ, ਉਸ ਵਿੱਚ ਮੈਂ ਕਿਹਾ ਸੀ, ਹੁਣ ਵੀ ਸ਼ੁਰੂਆਤ ਕੀਤੀ ਹੈ ਕਿ ਮਿਸਟਰ ਹਨੀ ਗਾਂਧੀ ਕੈਨੇਡੀਅਨ ਇਮੀਗ੍ਰੇਸ਼ਨ ਦੇ ਵਿੱਚ ਬਤੌਰ ਇੱਕ ਐਡਵੋਕੇਟ ਵਜੋਂ ਸੇਵਾਵਾਂ ਨਿਭਾ ਰਹੇ ਨੇ। ਸੋ ਲਾਸਟ ਐਪੀਸੋਡ ਦੇਖ ਕੇ ਮੈਨੂੰ ਫੋਨ ਕਾਲਸ ਵੀ ਆਏ, ਉਹ ਕਹਿੰਦੇ ਭਾਜੀ ਇੱਕ ਸਵਾਲ ਜ਼ਰੂਰ ਪੁੱਛਣਾ ਹੈ ਕਿ ਜਦੋਂ, ਕਿਉਂਕਿ ਆਪਾਂ ਲਾਸਟ ਐਪੀਸੋਡ ਦੇ ਵਿੱਚ ਕਲੀਅਰ ਕਰ ਦਿੱਤਾ ਕਿ ਸਾਡੀ ਇੰਟਰਵਿਊ ਜਿਹੜੀ ਰਿਫਿਊਜ਼ਲ ਨੂੰ ਲੈ ਕੇ ਹੋਏਗੀ। ਸੋ ਸਟੂਡੈਂਟ ਕਹਿੰਦੇ ਨੇ, ਕੁਝ 2-4 ਸਟੂਡੈਂਟਸ ਨੇ ਸਵਾਲ ਕੀਤਾ ਸੀ ਕਿ ਸਵਾਲ ਪੁੱਛਣਾ ਹੈ ਤੁਸੀਂ ਮਿਸਟਰ ਹਨੀ ਗਾਂਧੀ ਉਹਨਾਂ ਨੂੰ ਕਿ ਤੁਸੀਂ ਕੈਨੇਡੀਅਨ ਇਮੀਗ੍ਰੇਸ਼ਨ ਦੇ ਵਿੱਚ ਬਤੌਰ ਵਕੀਲ ਹੋ
ਤੇ ਕਾਨੂੰਨ ਦੇ ਮੁਤਾਬਕ ਐਸ ਪਰ ਲੋ ਸਟੂਡੈਂਟਸ ਨੂੰ ਕਿਹੜੀਆਂ ਗੱਲਾਂ ਦਾ ਜਿਹੜਾ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ ਤਾਂ ਜੋ ਰਿਫਿਊਜ਼ਲ ਵਾਲੀ ਦਿੱਕਤ ਹੈ ਜਿਹੜੀ ਆਵੇ ਨਾ। ਪਰਫੈਕਟ, ਨਹੀਂ ਬਹੁਤ ਹੀ ਇੰਪੋਰਟੈਂਟ ਚੀਜ਼ ਹੈ ਜਿਹਦੇ ਕਰਕੇ ਮੈਂ ਇਨਫੋਰਮੇਸ਼ਨ ਸਟੂਡੈਂਟਸ ਨੂੰ ਵੀ ਦੇਣਾ ਚਾਹੁੰਦਾ ਕਿ ਐਜ਼ ਅ ਇਮੀਗ੍ਰੇਸ਼ਨ ਕੰਸਲਟੈਂਟ ਸਾਡੇ ਕੋਲ ਇਹ ਅਥਾਰਟੀ ਆ ਜਾਂ ਸਾਡੇ ਕੋਲ ਉਹ ਗਾਈਡਲਾਈਨਸ ਜਿਹਨਾਂ ਨੂੰ ਆਪਾਂ ਕਹਿੰਦੇ ਨੇ ਓਪੀ ਮੈਨੂਅਲਸ ਜਾਂ ਆਪਰੇਸ਼ਨਲ ਗਾਈਡਲਾਈਨਸ ਜਿਹੜੀਆਂ ਕਿ ਸਿਮਿਲਰ ਗਾਈਡਲਾਈਨਸ ਵੀਜ਼ਾ ਆਫੀਸਰਸ ਦੇ ਕੋਲ ਵੀ ਹੁੰਦੀਆਂ ਨੇ। ਸੋ ਉਹਨਾਂ ਕੋਲ ਇੱਕ ਪ੍ਰੋਪਰ ਡਾਕੂਮੈਂਟ ਆ ਜਿਹੜਾ ਕਿ ਅਰਾਊਂਡ 25 ਤੋਂ 30 ਪੇਜਾਂ ਦੇ ਡਾਕੂਮੈਂਟਸ ਹੁੰਦੇ ਆ ਜਿਹਦੇ ਵਿੱਚ ਪ੍ਰੋਪਰ ਗਾਈਡਲਾਈਨਸ ਆ ਕਿ ਤੁਸੀਂ ਕਿਹਨਾਂ ਬੇਸਿਸ ਤੇ ਕਿਹਨੇ ਫੈਕਟਸ ਤੇ ਕਿਸ ਚੀਜ਼ ਦੇ ਆਧਾਰ ਤੇ ਉਹਨਾਂ ਦਾ ਵੀਜ਼ਾ ਅਪਰੂਵ ਕਰਨਾ ਹੈ ਜਾਂ ਰਿਜੈਕਟ ਕਰਨਾ ਹੈ। ਸੋ ਇਹੀ ਇੱਕ ਇੰਪੋਰਟੈਂਟ ਚੀਜ਼ ਆ ਜਿਹੜੀ ਇੱਕ RCIC ਨੂੰ ਡਿਫਰ ਕਰਦੀ ਆ ਜਾਂ ਸੈਪਰੇਟ ਕਰਦੀ ਆ ਬਾਕੀ ਕੰਸਲਟੈਂਟਸ ਤੋਂ, ਕਿਉਂਕਿ ਉਹਨਾਂ ਦੇ ਕੋਲ ਇਹ ਅਥਾਰਟੀ ਨਹੀਂ ਹੈਗੀ, ਇਹ ਇਨਫੋਰਮੇਸ਼ਨ ਨਹੀਂ ਹੈਗੀ ਕਿ ਉਹ ਇਮੀਗ੍ਰੇਸ਼ਨ ਦੀ ਐਡਵਾਈਸ ਦੇ ਸਕਣ। ਸੋ ਉਹ ਗਾਈਡਲਾਈਨਸ ਬਹੁਤ ਹੀ ਇੰਪੋਰਟੈਂਟ ਇੱਕ ਡਾਕੂਮੈਂਟ ਆ ਜਿਸ ਬੇਸਿਸ ਤੇ ਹੀ ਅਸੀਂ ਫਾਈਲ ਡਾਕੂਮੈਂਟਸ ਸਭ ਕੁਝ ਰੈਡੀ ਕਰੀਦਾ ਹੈ, ਕਿਉਂਕਿ ਅਗਰ ਡਾਕੂਮੈਂਟ ਹੀ ਉਸ ਗਾਈਡਲਾਈਨਸ ਦੇ ਹਿਸਾਬ ਦੇ ਨਾਲ ਤਿਆਰ ਕੀਤੇ ਗਏ ਹੋਣ ਜਿਹੜੀ ਗਾਈਡਲਾਈਨਸ ਨੂੰ ਵੀਜ਼ਾ ਆਫੀਸਰ ਨੇ ਹੀ ਫੋਲੋ ਕਰਨਾ ਹੈ ਜੀ, ਸੋ ਦੈਟ ਇਜ਼ ਦ ਵਨ ਮੋਸਟ ਇੰਪੋਰਟੈਂਟ ਥਿੰਗ, ਤਾਂ ਵੀਜ਼ਾ ਰਿਫਿਊਜ਼ਲ ਦੇ ਚਾਂਸਸ ਆਪਣੇ ਆਪ ਹੀ ਘੱਟ ਜਾਂਦੇ। ਜਿਵੇਂ ਕਿ ਤੁਸੀਂ ਗੱਲ ਕੀਤੀ ਹੈ ਅਥਾਰਟੀ ਦੀ ਕਿ ਇਮੀਗ੍ਰੇਸ਼ਨ ਕੋਲ ਅਥਾਰਟੀ ਨਹੀਂ ਹੈ, ਉਸੇ ਗੱਲ ਤੇ ਮੈਂ ਆਉਣ ਲੱਗਿਆ। ਆਪਾਂ ਕਈ ਵਾਰ ਦੇਖਦੇ ਹਾਂ ਕਿ ਟੀਵੀ ਤੇ ਜਾਂ ਹੋਰ ਬਹੁਤ ਸਾਰੇ ਨਿਊਜ਼ ਚੈਨਲ ਤੇ ਵੀਡੀਓਜ਼ ਚੱਲਦੀਆਂ ਇਮੀਗ੍ਰੇਸ਼ਨ ਦੀਆਂ ਜਾਂ ਏਜੰਟਸ ਦੀਆਂ, ਉਹ ਕਹਿੰਦੇ ਕਿ ਭਾਈ ਜਿਨ੍ਹਾਂ ਦੀ ਫਾਈਲ ਰਿਫਿਊਜ਼ ਹੋ ਚੁੱਕੀ ਹੈ, ਜਿਨ੍ਹਾਂ ਦੀ ਫਾਈਲ ਰਿਜੈਕਟ ਹੋ ਚੁੱਕੀ ਹੈ, ਉਹਨਾਂ ਨੂੰ ਨਿਰਾਸ਼ ਹੋਣ ਦੀ ਲੋੜ ਨਹੀਂ ਹੈ, ਉਹ ਸਾਡੇ ਕੋਲ ਆਉਣ, ਅਸੀਂ ਪ੍ਰੋਪਰ ਫਾਈਲ ਵਰਕ ਕਰਕੇ ਦੇਵਾਂਗੇ ਤਾਂ ਉਹਨਾਂ ਦਾ ਜਿਹੜਾ ਵੀਜ਼ਾ 101% ਆਵੇਗਾ। ਤੇ ਉਹ ਕਿਤਾਬ ਉਹ ਵੀ ਇਮੀਗ੍ਰੇਸ਼ਨ ਨੂੰ ਚੈਲੰਜ ਕਰ ਰਹੇ ਆ ਜਾਂ ਕਿਸ ਤਰ੍ਹਾਂ ਉਹ ਕਹਿ ਰਹੇ ਫਿਰ ਇਹ ਗੱਲ? ਦੇਖੋ 100% ਸੋ ਚੇਤਨ ਮੈਂ ਖੁਦ ਇਸ ਚੀਜ਼ ਤੋਂ ਹੈਰਾਨ ਹੋ ਜਾਂਦਾ ਹੈ ਕਿ ਕਈ ਵਾਰੀ ਜਦੋਂ ਮੈਂ ਐਡਸ ਦੇਖਦਾ ਹਾਂ ਕੁਛ ਕਿ ਸਾਡੇ ਕੋਲ ਆਓ 100% ਗਾਰੰਟੀ ਆ ਕਿ ਉਹਨਾਂ ਦਾ ਵੀਜ਼ਾ ਲੱਗੇਗਾ। ਅਸੀਂ ਇਦਾਂ ਦੀ ਕੋਈ ਵੀ ਗਾਰੰਟੀ ਨਹੀਂ ਦਿੰਦੇ ਬਿਕੋਜ਼ ਐਜ਼ ਕਿ ਅਸੀਂ ਰੈਗੂਲੇਟਡ ਇੱਕ ਪ੍ਰੋਫੈਸ਼ਨ ਦੇ ਵਿੱਚ ਆ, ਜਿਹੜੀ ਕਿ ਸਾਡੀ ਜਵਾਬਦਾਰੀ ਆ ਕੈਨੇਡੀਅਨ ਗਵਰਨਮੈਂਟ ਨੂੰ ਕਿ ਅਸੀਂ ਜੋ ਵੀ ਕੰਮ ਕਰ ਰਹੇ ਹਾਂ ਉਹ ਬੜਾ ਹੀ ਲੈਜਿਟ ਕੰਮ ਕਰ ਰਹੇ ਹਾਂ। ਉਹਦੇ ਵਿੱਚ ਕੋਈ ਵੀ ਇਦਾਂ ਦੀ ਚੀਜ਼ ਅਸੀਂ ਚਾਹੇ ਉਹ ਕੋਈ ਡਾਕੂਮੈਂਟ ਆ ਜਾਂ ਕੁਝ ਵੀ ਆ, ਅਸੀਂ ਕਦੀ ਵੀ ਇਨਕਰੇਜ ਨਹੀਂ ਕਰਦੇ ਕਿਸੇ ਨੂੰ ਵੀ ਕਿ ਤੁਸੀਂ ਡਾਕੂਮੈਂਟ ਆਹ ਲਾਓ ਜਾਂ ਫਲਾਣਾ ਲਾਓ ਜਾਂ ਫੇਕ ਡਾਕੂਮੈਂਟਸ ਲਾਓ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਕਿਸੇ ਕਾਰਨ ਕਰਕੇ ਉਹ ਡਾਕੂਮੈਂਟ ਜਿਹੜਾ ਆ ਉਹ ਫੇਕ ਡਾਕੂਮੈਂਟ ਆ ਜਾਂ ਕੋਈ ਵੀ ਡਾਕੂਮੈਂਟ ਆ ਉਹ ਲੱਗਦਾ ਆ ਤਾਂ ਮਿਸ ਰਿਪਰੈਜ਼ੈਂਟੇਸ਼ਨ ਦੇ ਚਾਂਸਸ ਹੋ ਸਕਦੇ ਆ। ਤਾਂ ਮਿਸ ਰਿਪਰੈਜ਼ੈਂਟੇਸ਼ਨ ਇੱਕ ਬਹੁਤ ਹੀ ਵੱਡਾ ਇਸ਼ੂ ਆ ਜਿਹਦੇ ਕਰਕੇ ਇੱਕ ਕਲਾਇੰਟ 5 ਸਾਲ ਲਈ ਕੈਨੇਡਾ ਲਈ ਬੈਨ ਹੋ ਸਕਦਾ ਹੈ। ਤਾਂ ਇਸ ਲਈ ਇਟਸ ਰੀਅਲੀ ਇੰਪੋਰਟੈਂਟ। ਤਾਂ ਸਾਡੇ ਲਈ ਜਿਹੜਾ ਤੁਸੀਂ 101% ਵਾਲਾ ਸਵਾਲ ਪੁੱਛਿਆ, ਤਾਂ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਕਿ 101% ਮੈਂ ਵੀਜ਼ਾ ਦੀ ਗਾਰੰਟੀ ਤਾਂ ਬਿਲਕੁਲ ਨਹੀਂ ਲੈਂਦਾ, ਪਰ 110% ਇਸ ਚੀਜ਼ ਦੀ ਗਾਰੰਟੀ ਜ਼ਰੂਰ ਲੈਣਾ ਹੈ ਕਿ ਜਿਹੜੇ ਡਾਕੂਮੈਂਟਸ ਅਸੀਂ ਲਾਵਾਂਗੇ ਉਹ ਉਦੋਂ ਹੀ ਲਾਵਾਂਗੇ ਜਦੋਂ ਕਿ ਆਈ ਐਮ ਸ਼ੋਰ ਕਿ ਉਹ ਡਾਕੂਮੈਂਟਸ ਐਗਜ਼ੈਕਟਲੀ ਗਾਈਡਲਾਈਨਸ ਦੇ ਹਿਸਾਬ ਦੇ ਨਾਲ ਆ। ਨਹੀਂ ਤਾਂ ਮੇਰੇ ਕੋਲ ਕਾਫੀ ਕਲਾਇੰਟਸ ਇੱਦਾਂ ਆਉਂਦੇ ਆ ਕਿ ਸਰ ਜੋ ਹੈ ਇਹੀ ਹੈ, ਤਾਂ ਤੁਸੀਂ ਇਹਦੇ ਨਾਲ ਉਹ ਚੀਜ਼ ਲਾ ਸਕਦੇ ਹੋ ਐਂਡ ਆਈ ਸਟ੍ਰਿਕਟਲੀ ਸੇ ਨੋ। ਇਦਾਂ ਦੇ ਮਾਮਲੇ ਆਉਂਦੇ ਹੋਣੇ ਭਾਈ 2-4 ਲੱਖ ਵਾਧੂ ਲੱਗਦਾ ਜੀ, ਥੋੜੇ ਬਹੁਤੇ ਪੈਸੇ ਹੋਰ ਉੱਪਰ ਥੱਲੇ ਹੁੰਦੇ ਉਹ ਕਰ ਲਓ, ਤੁਸੀਂ ਸਾਰ ਦਿਓ ਜੇ ਸਾਡਾ ਹੁੰਦਾ। ਬਿਲਕੁਲ ਇਦਾਂ ਹੀ ਹੁੰਦਾ ਬਿਕੋਜ਼ ਆਈ ਥਿੰਕ ਉਹ ਇਸ ਵੇਲੇ ਦਾ ਜੋ ਮਾਹੌਲ ਆ, ਠੀਕ ਹੈ ਜੀ, ਉਹ ਉਦਾਂ ਦਾ ਹੀ ਬਣਿਆ ਹੋਇਆ, ਕਿਉਂਕਿ ਆਪਣੇ ਪੰਜਾਬ 'ਚ ਮੈਂ ਬਹੁਤ ਹੀ ਇਸ ਚੀਜ਼ ਦੀ ਅਨਫੋਰਚੂਨੇਟ ਚੀਜ਼ ਆ ਕਿ ਮਿਸ ਇਨਫੋਰਮੇਸ਼ਨ ਜਿਹੜੀ ਆ ਉਹ ਕਲਾਇੰਟਸ ਨੂੰ ਲੋਕਾਂ ਨੂੰ ਬਹੁਤ ਆ, ਉਹਨਾਂ ਨੂੰ ਲੱਗਦਾ ਕਿ ਪੈਸੇ ਦੇ ਕੇ ਐਵਰੀਥਿੰਗ ਇਜ਼ ਪੋਸੀਬਲ। ਬਟ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਕਲਾਇੰਟਸ ਨੂੰ ਟਰਾਂਸਪੇਰੈਂਸੀ ਉਸ ਇਨਫੋਰਮੇਸ਼ਨ ਦੀ ਦੇਣੀ ਕਿ ਤੁਸੀਂ ਆਪਣੇ ਡਾਕੂਮੈਂਟਸ 'ਤੇ ਕੰਮ ਕਰੋ, ਤੁਹਾਨੂੰ ਪੈਸਾ ਇੰਨਾ ਕਿਤੇ ਵੀ ਲਾਉਣ ਦੀ ਜਾਂ ਦੇਣ ਦੀ ਜ਼ਰੂਰਤ ਨਹੀਂ ਹੈਗੀ। ਜੇ ਤੁਹਾਡੇ ਡਾਕੂਮੈਂਟਸ ਪ੍ਰੋਪਰ ਨੇ ਤਾਂ देयर इज नो ਇਸ਼ੂ ਕਿ ਤੁਹਾਡਾ ਵੀਜ਼ਾ ਨਹੀਂ ਲੱਗੇਗਾ ਕਿਸੇ ਨੂੰ। ਭਾਜੀ ਇੱਕ ਹੋਰ ਵੀ ਆਮ ਧਾਰਨਾ ਹੈ ਪੰਜਾਬ ਦੀ, ਤੁਸੀਂ ਗੱਲ ਕੀਤੀ ਹੈ, ਇਹ ਕਹਿੰਦੇ ਕਿ ਇੱਕ ਵਾਰ ਫਾਈਲ ਰਿਜੈਕਟ ਹੋ ਜਾਵੇ ਜਾਂ ਰਿਫਿਊਜ਼ ਹੋ ਜਾਵੇ ਉਹ ਦੁਬਾਰਾ 6 ਮਹੀਨੇ ਤੱਕ, ਸਾਲ 2 ਸਾਲ ਤੱਕ ਲਾਣੀ ਨਹੀਂ ਚਾਹੀਦੀ, ਕਿਉਂਕਿ ਇੱਕ ਵਾਰੀ ਰਿਫਿਊਜ਼ਲ ਆ ਗਿਆ ਤਾਂ ਦੁਬਾਰਾ ਵੀ ਰਿਫਿਊਜ਼ਲ ਹੀ ਆਉਣੀ ਹੈ। ਕਿਉਂ ਡਰ ਪਾਇਆ ਜਾ ਰਿਹਾ ਲੋਕਾਂ ਦੇ ਵਿੱਚ ਇਸ ਤਰ੍ਹਾਂ ਦਾ? ਇਹ ਵੀ ਇੱਕ ਮਿਸ ਇਨਫੋਰਮੇਸ਼ਨ ਆ ਚੇਤਨ, ਜਿਹੜੀ ਕਿ ਕਾਫੀ ਕਲਾਇੰਟਸ ਨੂੰ ਦਿੱਤੀ ਜਾਂਦੀ ਹੈ, ਕਾਫੀ ਕੰਸਲਟੈਂਟਸ ਵੱਲੋਂ ਦਿੱਤੀ ਜਾਂਦੀ ਹੈ, ਪਰ ਐਸ ਸੱਚ ਇਦਾਂ ਦਾ ਕੋਈ ਵੀ ਟਾਈਮਲਾਈਨ ਨਹੀਂ ਹੈਗਾ ਕਿ ਤੁਸੀਂ 6 ਮਹੀਨੇ ਜਾਂ ਸਾਲ ਨਹੀਂ ਲਾ ਸਕਦੇ। ਯੈਸ, ਅਗਰ ਤੁਹਾਡੇ ਡਾਕੂਮੈਂਟਸ ਜਿਹੜੇ ਆ ਉਹ ਪ੍ਰੋਪਰ ਨਹੀਂ ਹੈਗੇ, ਸਪੋਜ਼ ਤੁਹਾਡੇ ਫਾਈਨੈਂਸ਼ੀਅਲ ਜਿਹੜੇ ਹੈਗੇ ਆ ਕਿਸੇ ਕਾਰਨ ਕਰਕੇ ਉਹ ਪ੍ਰੋਪਰ ਨਹੀਂ ਹੈਗੇ, ਇੱਕ ਉਹਨਾਂ ਦੀ ਜਿਹੜੀ ਸਟੇਟਮੈਂਟਸ ਤੁਹਾਡੀਆਂ ਹੈਗੀਆਂ ਜਾਂ ਕੋਈ ਪ੍ਰੋਪਰਟੀ ਡਾਕੂਮੈਂਟਸ ਜਿਹੜੇ ਪ੍ਰੋਪਰਲੀ ਨਹੀਂ ਤਿਆਰ ਹੈਗੇ, ਤਾਂ ਆਫ ਕੋਰਸ ਵੀ ਵਿਲ ਨੀਡ ਟਾਈਮ ਟੂ ਪ੍ਰੀਪੇਅਰ ਦੈਟ। ਉਸ ਚੀਜ਼ ਲਈ ਟਾਈਮ ਹੈਗਾ, ਬਟ ਕੋਈ ਇਹਦੀ ਟਾਈਮਲਾਈਨ ਨਹੀਂ ਹੈਗੀ ਕਿ 6 ਮਹੀਨੇ ਜਾਂ ਸਾਲ ਤੁਸੀਂ ਫਾਈਲ ਨਹੀਂ ਲਾ ਸਕਦੇ। ਫਾਈਲ ਤੁਸੀਂ ਰਾਈਟ ਅਵੇ ਅਗਲੇ ਹਫਤੇ ਦੇ ਵਿੱਚ ਹੀ ਲਾ ਸਕਦੇ ਹੋ ਅਗਰ ਤੁਹਾਡੇ ਡਾਕੂਮੈਂਟਸ ਪ੍ਰੋਪਰ ਆ, ਜਾਂ ਅਗਰ ਕੋਈ ਇਦਾਂ ਦੇ ਸੈਕਸ਼ਨ ਕਰਕੇ ਜਿਹਦੇ ਕਰਕੇ ਕਿ ਤੁਹਾਡੀ ਰਿਫਿਊਜ਼ਲ ਲੱਗੀ ਆ ਔਰ ਅਸੀਂ ਉਸ ਚੀਜ਼ ਨੂੰ ਜਸਟੀਫਾਈ ਕਰ ਸਕਦੇ ਹਾਂ। ਬਿਕੋਜ਼ ਸਾਡਾ ਕੰਮ ਕਰਨ ਦਾ ਤਰੀਕਾ ਕੀ ਹੈ ਕਿ ਅਸੀਂ ਕੇਸ ਲਾਸ ਤੇ ਸਟੱਡੀ ਕਰਦੇ ਹਾਂ ਕਿ ਜਿਹੜੇ ਪੁਰਾਣੇ ਕਲਾਇੰਟਸ ਆ ਜਾਂ ਪੁਰਾਣੇ ਜਿਹੜੇ ਐਪਲੀਕੈਂਟਸ ਹੋਣਗੇ
ਜਿਨ੍ਹਾਂ ਦੇ ਕਿਸੇ ਕਾਰਨ ਕਰਕੇ ਰਿਫਿਊਜ਼ਲ ਲੱਗੇ ਹੋਣਗੇ ਔਰ ਉਹੀ ਕਾਰਨ ਤੁਹਾਡੇ ਵੀ ਉਹੀ ਕਾਰਨ ਹੋਣ ਅਗਰ ਕਿਸੇ ਕਲਾਇੰਟ ਦੇ, ਤਾਂ ਅਸੀਂ ਉਹ ਕੇਸ ਲਾਅ ਨੂੰ ਜਸਟੀਫਾਈ ਕਰਕੇ ਤੁਹਾਡੇ ਪਾਰਟਿਕੂਲਰ ਕੇਸ ਤੇ ਕੰਮ ਕਰਦੇ ਹਾਂ ਕਿ ਅਗਰ ਉਹਨਾਂ ਦੇ ਕੇਸ ਦੇ ਵਿੱਚ ਇਹ ਚੀਜ਼ ਵਰਕ ਕੀਤੀ ਸੀਗੀ ਤਾਂ ਸਾਡੇ ਕੇਸ ਦੇ ਵਿੱਚ ਕਿਉਂ ਨਹੀਂ ਕਰ। ਮਤਲਬ ਕਿ ਜੇ ਕਿਸੇ ਕਾਰਨ ਵਾਸਤੇ ਜੇ ਰਿਫਿਊਜ਼ਲ ਆਉਂਦੇ ਤਾਂ ਕੋਈ ਡਰਨ ਵਾਲੀ ਗੱਲ ਨਹੀਂ ਹੈ, ਕਿਉਂਕਿ ਇੱਥੇ ਪੰਜਾਬ ਦੇ ਵਿੱਚ ਹੁਆ ਬਣਿਆ ਹੋਇਆ ਭਾਈ ਰਿਫਿਊਜ਼ਲ ਆ ਗਈ ਦੁਬਾਰਾ ਹੁਣ ਸਾਲ ਇੱਕ ਅਪਲਾਈ ਨਹੀਂ ਕਰਨਾ ਆਪਾਂ। ਨਹੀਂ, ਬਿਲਕੁਲ ਨਹੀਂ ਚੇਤਨ, ਦਿਸ ਇਜ਼ ਨਾਟ ਅ ਕਰੈਕਟ ਇਨਫੋਰਮੇਸ਼ਨ। I just want to clarify ਕਿ ਡੈਫੀਨਿਟਲੀ ਤੁਸੀਂ ਰੀਅਪਲਾਈ ਕਰ ਸਕਦੇ ਹੋ, ਬਟ ਯੈਸ ਅਗੇਨ ਅਗਰ ਕੋਈ ਵੀ ਇਮੀਗ੍ਰੇਸ਼ਨ ਐਡਵਾਈਸ ਲੈਣੀ ਆ, ਆਈ ਐਮ ਨਾਟ ਸੇਇੰਗ ਕਿ ਤੁਸੀਂ ਮੇਰੇ ਕੋਲ ਹੀ ਆ ਕੇ ਉਹ ਚੀਜ਼ ਕਰੋ। देयर लॉट ऑफ पीपल ਜਿਹੜੇ ਉਹ ਕੰਮ ਕਰ ਰਹੇ, ਬਟ ਓਨਲੀ ਉਸੇ ਪ੍ਰੋਫੈਸ਼ਨਲ ਕੋ ਜਾਓ ਜਿਹੜਾ ਕਿ ਇਮੀਗ੍ਰੇਸ਼ਨ ਐਡਵਾਈਸ ਦੇਣ ਲਈ ਅਲਾਉਡ ਆ, ਬਿਕੋਜ਼ ਇਮੀਗ੍ਰੇਸ਼ਨ ਇਜ਼ ਅ ਸਬਜੈਕਟ ਜਿਹਦੇ ਵਿੱਚ ਆਪਣੇ ਆਪ ਦੇ ਵਿੱਚ ਬਹੁਤ ਸਮਾਂ ਦੇ ਕੇ ਹੀ ਉਸ ਚੀਜ਼ ਦੀ ਨੌਲੇਜ ਲਈ ਜਾਂਦੀ ਹੈ। ਇਟਸ ਨਾਟ ਸਮਥਿੰਗ ਕਿ ਤੁਸੀਂ ਰਾਈਟ ਅਵੇ ਅਪਲਾਈ ਕਰ ਦਿਓ, ਬਟ ਜਦ ਤੱਕ ਤੁਹਾਡੇ ਫੈਕਟਸ ਕਲੀਅਰ ਨਹੀਂ ਹੈਗੇ, ਜਸਟੀਫਾਈਡ ਨਹੀਂ ਹੈਗੇ, ਡੂ ਨਾਟ ਅਪਲਾਈ। ਉਸ ਲਈ ਵੇਟ ਕਰਕੇ ਆਪਣੇ ਡਾਕੂਮੈਂਟਸ ਪ੍ਰੋਪਰ ਰੈਡੀ ਕਰਕੇ ਫਿਰ ਹੀ ਅਪਲਾਈ ਕਰੋ। ਭਾਜੀ ਇੱਕ ਹੋਰ ਸਵਾਲ ਹੈ ਮੇਰੇ ਜ਼ਿਹਨ ਦੇ ਵਿੱਚ ਆ ਰਿਹਾ ਹੈ, ਜੋ ਸਟੂਡੈਂਟ ਸਟੱਡੀ ਵੀਜ਼ਾ ਲਗਾਉਂਦੇ ਨੇ ਤਾਂ ਬਹੁਤ ਸਾਰੇ ਮੇਰੇ ਵੀ ਜਾਣਕਾਰ ਅਜਿਹੇ ਨੇ, ਮੇਰੇ ਸਾਡੇ ਰਿਲੇਟਿਵਸ ਵੀ ਕੁਝ ਹੈ ਜੋ ਜਿਹੜੇ ਪੀਆਰ ਫਾਈਲ ਕਰਕੇ ਗਏ ਨੇ। ਕੀ ਸਟੂਡੈਂਟ ਵੀਜ਼ਾ ਔਰ ਪੀਆਰ ਫਾਈਲਸ ਦੇ ਲੈ ਕੇ ਜੋ ਰੂਲਸ ਹੈ ਕਾਨੂੰਨ ਦੇ ਮੁਤਾਬਕ ਸੇਮ ਹੈ ਕਿ ਉਹ ਵੀ ਵੱਖੋ ਵੱਖ ਨਹੀਂ ਹੋ? ਬਹੁਤ ਹੀ ਇੰਪੋਰਟੈਂਟ ਚੀਜ਼ ਹੈ, ਮੈਂ ਇਸ ਚੀਜ਼ ਤੇ ਡਿਸਕਸ਼ਨ ਵੀ ਨਹੀਂ ਹੁੰਦੀ ਦੇਖੀ ਹੈ, ਤਾਂ ਇਹ ਬਹੁਤ ਅੱਛਾ ਸਵਾਲ ਆ ਐਂਡ ਆਮ ਰੀਅਲੀ ਫੀਲਿੰਗ ਗੁੱਡ ਕਿ ਮੈਂ ਇਹ ਸ਼ੇਅਰ ਕਰਨ ਦਾ ਮੈਨੂੰ ਮੌਕਾ ਮਿਲਿਆ ਇਨਫੋਰਮੇਸ਼ਨ। ਸੋ ਐਜ਼ ਅਸੀਂ ਸਿਰਫ ਕੈਨੇਡਾ ਇਮੀਗ੍ਰੇਸ਼ਨ ਦੇ ਨਾਲ ਡੀਲ ਕਰਦੇ ਹਾਂ ਇੱਥੇ ਸਕਾਰਪੀਅਸ ਇਮੀਗ੍ਰੇਸ਼ਨ ਤੇ। ਸੋ ਉਹਦੇ ਵਿੱਚ ਸਟੂਡੈਂਟਸ ਤੋਂ ਲੈ ਕੇ ਪੀਆਰਸ, ਸਪਾਊਸਲ ਐਪਲੀਕੇਸ਼ਨਸ, even refugee applications, citizens applications, and even students ਜਿਹੜੇ ਉੱਥੇ already ਗਏ ਹੋਏ ਆ ਉਹਨਾਂ ਦਾ ਸਟੱਡੀ ਪਰਮਿਟ ਤੋਂ ਵਰਕ ਪਰਮਿਟ ਐਂਡ ਵਰਕ ਪਰਮਿਟ ਤੋਂ ਪੀਆਰ ਦਾ ਜਿਹੜਾ ਟ੍ਰਾਂਜੀਸ਼ਨ ਅਸੀਂ ਉਹ ਸਾਰਾ ਕੁਝ ਵੀ ਡੀਲ ਇਨ ਦੈਟ। ਸੋ ਇਹ ਬਹੁਤ ਹੀ ਇੰਪੋਰਟੈਂਟ ਚੀਜ਼ ਆ। ਜਦੋਂ ਸਟੂਡੈਂਟ ਇੱਥੋਂ ਐਪਲੀਕੇਸ਼ਨ ਲਾਉਂਦਾ ਹੈ ਜਾਂ ਲਾਉਂਦੀ ਆ, ਤਾਂ ਜਦੋਂ ਸਟੂਡੈਂਟ ਐਪਲੀਕੇਸ਼ਨ ਕਰਦੇ ਤਾਂ ਅਗਰ ਉਹਨਾਂ ਦਾ ਰਿਫਿਊਜ਼ਲ ਆਉਂਦਾ ਹੈ, ਦੇ ਡੂ ਨਾਟ ਹੈਵ ਐਨੀ ਪ੍ਰੋਵੀਜ਼ਨ ਟੂ ਅਪੀਲ। ਉਹ ਅਪੀਲ ਨਹੀਂ ਕਰ ਸਕਦੇ ਆਪਣੀ ਇਮੀਗ੍ਰੇਸ਼ਨ IRCC ਨੂੰ, ਬਟ ਉਹਨਾਂ ਕੋਲ ਇੱਕ ਇੰਪੋਰਟੈਂਟ ਚੀਜ਼ ਇਹ ਆ ਕਿ ਅਗਰ ਉਹਨਾਂ ਨੂੰ ਇਹ ਲੱਗਦਾ ਆ ਕਿ ਐਵਰੀਥਿੰਗ ਜਿਹੜਾ ਸਾਡੀ ਫਾਈਲ ਦੇ ਵਿੱਚ ਬਿਲਕੁਲ ਜੈਨੂਇਨ ਸੀਗਾ, ਬਿਲਕੁਲ ਸਹੀ ਹੈ, ਤਾਂ ਉਹ ਜੁਡੀਸ਼ੀਅਲ ਰਿਵਿਊ ਲਈ ਅਪਲਾਈ ਕਰ ਸਕਦੇ ਹੋ। ਸੋ ਜੁਡੀਸ਼ੀਅਲ ਰਿਵਿਊ ਕੀ ਆ, ਇਹ ਆਪਣੇ ਵਿੱਚ ਇੱਕ ਬਹੁਤ ਹੀ ਬਿਗ ਇਨਫੋਰਮੇਸ਼ਨ ਆ ਕਿ ਜੁਡੀਸ਼ੀਅਲ ਰਿਵਿਊ ਜਿਹੜੀ ਆ ਉੱਥੇ ਦੀ ਕੈਨੇਡਾ ਦੀ ਫੈਡਰਲ ਕੋਰਟ ਦੇ ਵਿੱਚ ਅਪਲਾਈ ਹੁੰਦੀ ਹੈ, ਨਾ ਕਿ IRCC ਦੀ ਜਿਹੜੀ ਟ੍ਰਿਬਿਊਨਲ ਕੋਰਟ ਆ ਉਹਦੇ ਵਿੱਚ ਨਹੀਂ ਅਪਲਾਈ ਹੁੰਦੀ। ਸੋ ਜੁਡੀਸ਼ੀਅਲ ਰਿਵਿਊ ਉਹਨਾਂ ਕੋਲ ਹੱਕ ਹੈਗਾ ਅਪਲਾਈ ਕਰਨ ਦਾ। ਬਟ ਔਨ ਦਾ ਅਦਰ ਸਾਈਡ ਜਿਹੜੇ PR ਦੇ ਐਪਲੀਕੈਂਟਸ ਨੇ, ਚਾਹੇ ਉਹ ਫੈਮਿਲੀ ਲਈ ਆ, ਸਪਾਊਸਲ ਲਈ ਆ ਜਾਂ ਕਿਸੇ ਵੀ ਐਕਸਪ੍ਰੈਸ ਐਂਟਰੀ ਕੈਟਾਗਰੀ ਲਈ ਆ, ਜਦੋਂ PR ਦੀ ਐਪਲੀਕੇਸ਼ਨ ਲਾਉਂਦੇ ਆ ਉਹਨਾਂ ਦੇ ਕੋਲ ਇੱਕ ਪ੍ਰੋਵੀਜ਼ਨ ਆ ਕਿ ਉਹ ਅਪੀਲ ਕਰ ਸਕਦੇ ਆ। PR ਕੈਂਡੀਡੇਟਸ ਨੂੰ ਅਪੀਲ ਕਰਨ ਦਾ ਮੌਕਾ ਹੁੰਦਾ ਆ। ਉਹ ਟ੍ਰਾਈਬਿਊਨਲ ਕੋਰਟਸ IRB ਜਿਹਨੂੰ ਕਹਿੰਦੇ ਹੁੰਦੇ ਆ, ਇਮੀਗ੍ਰੇਸ਼ਨ ਰਿਫਿਊਜੀ ਬੋਰਡ, ਉਹਦੇ ਵਿੱਚ ਉਹ ਅਪੀਲ ਕਰ ਸਕਦੇ ਆ, ਪਰ ਉਹ ਅਪੀਲ ਸਿਰਫ ਵਿਦਿਨ 30 ਡੇਜ਼। ਜਦੋਂ ਉਹਨਾਂ ਦਾ ਰਿਫਿਊਜ਼ਲ ਆਉਂਦਾ ਹੈ ਤਾਂ ਵਿਦਿਨ 30 ਡੇਜ਼ ਦੇ ਵਿੱਚ ਉਹਨਾਂ ਨੂੰ ਅਪੀਲ ਜਿਹੜਾ ਆ ਉਹ ਭਰ ਕੇ ਭੇਜਣੀ ਪੈਂਦੀ ਹੈ। ਐਂਡ ਅਪੀਲ ਭਰਨ ਤੋਂ ਬਾਅਦ ਇਫ ਦਾ ਅਪੀਲ ਗੈਟਸ ਐਕਸੈਪਟਡ, ਅਗਰ ਉਹ ਐਕਸੈਪਟ ਹੋ ਜਾਂਦੀ ਹੈ ਤਾਂ ਆਪਣੇ ਕੋਲ ਕੇਸ ਜਿਹੜਾ ਹੈ ਉਹ ਪ੍ਰੈਜ਼ੈਂਟ ਕਰਨ ਦਾ ਮੌਕਾ ਮਿਲਦਾ ਹੈ। ਬਟ ਦੇ ਕੈਨ ਆਲਸੋ ਰਿਜੈਕਟ ਦਾ ਅਪੀਲ, ਬਟ ਵੀ ਡੂ ਹੈਵ ਦੈਟ ਆਪਸ਼ਨ ਕਿ ਅਸੀਂ ਉਹ ਅਪੀਲ ਕਰ ਸਕਦੇ। ਸਟੂਡੈਂਟਸ ਆ ਸਕਦੇ ਇੱਥੇ ਬੇਝਿਜਕ ਹੋ ਕੇ ਜੇਕਰ ਕਿਸੇ ਦੀ ਫਾਈਲ ਰਿਜੈਕਟ ਜਾਂ ਰਿਫਿਊਜ਼ ਵੀ ਹੋਈ ਹੈ? ਡੈਫੀਨਿਟਲੀ। ਸੋ ਐਜ਼ ਲੌਂਗ ਐਜ਼ ਤੁਸੀਂ ਆਪਣੇ ਜਿਹੜੇ ਡਾਕੂਮੈਂਟਸ ਪ੍ਰੋਪਰ ਜਿਹੜੇ ਹੈਗੇ ਤੁਹਾਡੇ ਕੋਲ ਲੈ ਕੇ ਆਓ, ਐਂਡ ਕੋਈ ਵੀ ਕਲੈਰਿਟੀ, ਕੋਈ ਵੀ ਡਾਊਟ ਹੈਗਾ ਆ, ਚਾਹੇ ਉਹ ਰਿਫਿਊਜ਼ਲ ਨੂੰ ਲੈ ਕੇ ਹੈਗਾ ਆ, PR ਐਪਲੀਕੈਂਟਸ ਅਗਰ ਸਪਾਊਸਲ ਐਪਲੀਕੈਂਟਸ ਹੈਗੇ ਆ, ਈਵਨ ਕਿ ਜਿਨ੍ਹਾਂ ਦੇ ਸਪਾਊਸਸ ਆਲਰੇਡੀ ਕੈਨੇਡਾ ਦੇ ਵਿੱਚ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਗਏ ਹੋਏ ਆ, ਅਗਰ ਉਹ ਸਪਾਊਸਲ ਓਪਨ ਵਰਕ ਪਰਮਿਟ ਲਈ ਵੀ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਵੀ ਡੈਫੀਨਿਟਲੀ ਡੂ ਐਵਰੀਥਿੰਗ ਰਿਲੇਟਡ ਟੂ ਕੈਨੇਡੀਅਨ ਇਮੀਗ੍ਰੇਸ਼ਨ। ਤਾਂ ਕੋਈ ਵੀ ਇਨਫੋਰਮੇਸ਼ਨ ਕਿਸੇ ਨੂੰ ਵੀ ਚਾਹੀਦੀ ਆ, ਆਈ ਐਮ ਅਵੇਲੇਬਲ ਅੰਟਿਲ 3rd of December। ਮੈਂ ਹੁਸ਼ਿਆਰਪੁਰ ਦੇ ਵਿੱਚ ਹੀ ਅਵੇਲੇਬਲ ਹਾਂ, ਤਾਂ ਡੈਫੀਨਿਟਲੀ ਮੇਕ ਐਨ ਅਪਾਇੰਟਮੈਂਟ ਐਂਡ ਜਦੋਂ ਮਰਜ਼ੀ ਤੁਸੀਂ ਆ ਸਕਦੇ। ਠੀਕ ਹੈ, ਬਹੁਤ ਬਹੁਤ ਧੰਨਵਾਦ ਸਰ। ਥੈਂਕ ਯੂ। ਸੋ ਇਹ ਸਨ ਮਿਸਟਰ ਹਨੀਕਾਂਤ ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਹੈ। ਸੋ ਰਿਫਿਊਜ਼ਲ ਜੋ ਇੱਕ ਪੰਜਾਬ ਦੇ ਵਿੱਚ ਬਹੁਤ ਵੱਡਾ ਇੱਕ ਜਿਹੜਾ ਹੁਆ ਬਣਿਆ ਹੋਇਆ ਹੈ ਕਿ ਰਿਫਿਊਜ਼ਲ ਤੋਂ ਬਾਅਦ ਇੰਨੇ ਸਮੇਂ ਤੱਕ ਫਾਈਲ ਲਗਾਈ ਜਾ ਸਕਦੀ ਹੈ ਜਾਂ ਨਹੀਂ ਲਗਾਈ ਜਾ ਸਕਦੀ ਹੈ, ਉਸ ਬਾਬਤ ਗੱਲਬਾਤ ਕੀਤੀ ਗਈ ਹੈ। ਸੋ ਬਹੁਤ ਵਧੀਆ ਤਰੀਕੇ ਦੇ ਨਾਲ ਉਹਨਾਂ ਵੱਲੋਂ ਜਵਾਬ ਦਿੱਤੇ ਗਏ ਆ। ਸੋ ਸਟੂਡੈਂਟਸ ਨੂੰ ਇੱਕ ਵਿਸ਼ਵਾਸ ਵੀ ਹੋਇਆ ਹੋਵੇਗਾ, ਇੱਕ ਉਮੀਦ ਵੀ ਜਾਗੀ ਹੋਵੇਗੀ ਕਿ ਜੇਕਰ ਕਿਸੇ ਕਾਰਨ ਵਾਸ਼ੇ ਉਹਨਾਂ ਦੀ ਰਿਫਿਊਜ਼ਲ ਆਉਂਦੀ ਹੈ ਜਾਂ ਫਾਈਲ ਰਿਜੈਕਟ ਹੁੰਦੀ ਹੈ ਤਾਂ ਡਰਨ ਦੀ ਕੋਈ ਲੋੜ ਨਹੀਂ ਹੈ। ਉਹ ਹੁਸ਼ਿਆਰਪੁਰ ਦੇ ਵਿੱਚ ਸਕਾਰਪੀਅਸ ਇਮੀਗ੍ਰੇਸ਼ਨ ਸਰਵਿਸਿਜ਼ ਦੇ ਨਾਲ ਆ ਕੇ ਕੰਟੈਕਟ ਕਰ ਸਕਦੇ ਨੇ। ਧੰਨਵਾਦ।